ਅੱਜ ਦਾ ਜਿਹੜਾ ਬੱਚਾ ਆਪਣਾ ਲੈਸਨ ਹੈਗਾ ਚੈप्टर ਉਹ ਹੈਗਾ ਪ੍ਰੈਕਟੀਕਲ ਜਿਓਮੈਟਰੀ ਕਲਾਸ 8th ਔਰ ਲੈਸਨ 4। ਪ੍ਰੈਕਟੀਕਲ ਜਿਓਮੈਟਰੀ ਦੇ ਵਿੱਚ ਕੀ ਹੈ, ਜਿਵੇਂ ਆਪਾਂ ਕੋਈ ਸ਼ਕਲ ਬਣਾਉਣੀ ਹੈ, ਮੰਨ ਲਓ ਆਪਾਂ ਇੱਕ ਤਿਕੋਣ ਦੀ ਸ਼ਕਲ ਬਣਾਉਂਦੇ ਹਾਂ। ਤਿਕੋਣ ਦੀ ਸ਼ਕਲ ਜਿਵੇਂ ਕਿ ਮੈਂ ਤੁਹਾਨੂੰ ਬਣਾ ਕੇ ਦਿਖਾ ਰਿਹਾ। ਜਦੋਂ ਬੱਚਾ ਆਪਾਂ ਤਿਕੋਣ ਦੀ ਸ਼ਕਲ ਬਣਾਉਂਦੇ ਹਾਂ ਤਾਂ ਆਪਾਂ ਨੂੰ ਇਸ ਦੇ ਵਿੱਚ ਤਿੰਨ ਭੁਜਾਵਾਂ ਦੀ ਲੋੜ ਪੈਂਦੀ ਹੈ, ਫਸਟ, ਸੈਕਿੰਡ ਔਰ ਥਰਡ। ਤੇ ਇਸ ਨੂੰ ਆਪਾਂ ਕੀ ਕਹਿੰਦੇ ਹਾਂ ਬੱਚੋ, ਤਿਕੋਣ। ਜਿਹੜਾ ਅੱਜ ਦਾ ਸਾਡਾ ਬੱਚੋ ਟੌਪਿਕ ਹੈ ਉਹ ਹੈਗਾ ਪ੍ਰੈਕਟੀਕਲ ਜਿਓਮੈਟਰੀ। ਆਪਾਂ ਨੇ ਚਤੁਰਭੁਜ ਬਣਾਉਣੀ ਹੈ। ਉਸ ਚਤੁਰਭੁਜ ਵਾਸਤੇ ਆਪਾਂ ਨੂੰ ਕਿੰਨੀਆਂ ਭੁਜਾਵਾਂ ਦੀ ਲੋੜ ਪੈਂਦੀ ਹੈ। ਹੁਣ ਜੇ ਪੁੱਛੇ ਚਤੁਰਭੁਜ ਭੁਜਾਵਾਂ ਕਿੰਨੀਆਂ ਹੁੰਦੀਆਂ ਨੇ ਬੱਚੋ, 4 ਹੁੰਦੀਆਂ ਨੇ। 4 ਭੁਜਾਵਾਂ ਹੁੰਦੀਆਂ ਨੇ, ਠੀਕ ਹੈ। ਤਾਂ ਚਤੁਰਭੁਜ 4 ਭੁਜਾਵਾਂ ਨਾਲ ਬਣ ਜਾਣੀ ਚਾਹੀਦੀ ਹੈ। ਫਿਰ ਆਪਾਂ ਦੇਖਦੇ ਹਾਂ ਬੱਚੋ ਕਿ 4 ਭੁਜਾਵਾਂ ਨਾਲ ਚਤੁਰਭੁਜ ਬਣਦੀ ਹੈ ਜਾਂ ਵੱਧ ਭੁਜਾਵਾਂ ਦੀ ਲੋੜ ਪੈਂਦੀ ਹੈ। ਤੁਸੀਂ ਜਿਹੜਾ ਦੇਖ ਰਹੇ ਹੋ, ਦੇਖੋ ਇੱਕ ਮੈਂ 2 ਲੰਬਾਈਆਂ ਲੈ ਕੇ, ਇੱਕ ਆਹ ਲੰਬਾਈ ਬੱਚੋ, ਇੱਕ ਆਹ ਲੰਬਾਈ, ਆ ਇਹਦੇ ਬਰਾਬਰ ਹੈ, ਇਹਦੇ ਬਰਾਬਰ ਇੱਕ ਸ਼ਕਲ ਬਣਾਈ ਹੈ ਆਇਤ ਦੀ। 4 ਭੁਜਾਵਾਂ ਨਾਲ ਲੈ ਕੇ ਦੇਖਦੇ ਹਾਂ ਆਪਾਂ ਕਿ 4 ਭੁਜਾਵਾਂ ਨਾਲ ਬਣਦੀ ਹੈ ਕਿ ਨਹੀਂ ਬਣਦੀ। ਇਸ ਨੂੰ ਬੱਚੋ ਵੱਧ ਤੋਂ ਵੱਧ ਮੈਂ ਕੀ ਕਰ ਸਕਦਾ, ਇਸ ਨੂੰ ਇਸ ਤਰ੍ਹਾਂ ਪ੍ਰੈਸ ਕਰਕੇ ਆਪਾਂ ਇਹ ਸ਼ਕਲ ਦੇ ਸਕਦੇ ਹਾਂ। ਤਾਂ ਆਹ ਸ਼ਕਲ ਕਾਹਦੀ ਬਣ ਗਈ, ਸਮਾਨਾਂਤਰ ਚਤੁਰਭੁਜ। ਲੇਕਿਨ ਇਹਦੀਆਂ ਭੁਜਾਵਾਂ ਦੀ ਜਿਹੜੀ ਲੰਬਾਈ ਹੈ ਉਹ ਚੇਂਜ ਨਹੀਂ ਹੋਈ। ਫਿਰ ਆਪਾਂ ਬੱਚੋ ਇਸ ਨੂੰ ਇਸ ਪਾਸੇ ਵੀ ਕਰ ਸਕਦੇ ਹਾਂ, ਆਹ ਦੇਖੋ, ਠੀਕ ਹੈ। ਤਾਂ ਇਹ ਵੀ ਕਿਹਦੀ ਸ਼ਕਲ ਬਣ ਗਈ, ਸਮਾਨਾਂਤਰ ਚਤੁਰਭੁਜ ਦੀ। ਤਾਂ ਦੋਨਾਂ ਪਾਸੇ ਵਿੱਚ ਆਪਾਂ ਪ੍ਰੈਸ ਕਰਕੇ ਦੇਖ ਸਕਦੇ ਹਾਂ ਕਿ ਇਹਦੇ ਵਿੱਚ ਸਿਰਫ ਸ਼ਕਲ ਬਣੀ ਕਾਹਦੀ ਹੈ, ਸਮਾਨਾਂਤਰ ਚਤੁਰਭੁਜ ਦੀ। ਹੁਣ ਬੱਚੋ ਜਿਹੜੀ ਤੁਸੀਂ ਸ਼ਕਲ ਦੇਖ ਰਹੇ ਹੋ ਮੇਰੇ ਕੋਲੇ, ਮੈਂ ਇਸ ਦੇ ਵਿੱਚ ਬੱਚੋ ਕੀ ਕੀਤਾ, ਜੋ ਪਹਿਲਾਂ ਮੈਂ ਲਿਆ ਸੀਗਾ ਬੱਚੋ, ਇੱਕ ਆਇਤ ਬਣਾਈ ਸੀਗੀ, ਆਹ ਲੰਬਾਈ 2 ਦੇ ਬਰਾਬਰ, ਇਹ ਦੇ ਬਰਾਬਰ। ਹੁਣ ਮੈਂ ਇਸ ਦੇ ਵਿੱਚ ਇੱਕ ਨਵੀਂ ਚੀਜ਼ ਬੱਚੋ ਐਡ ਕਰਤੀ, ਵਿਕਰਨ, ਡਾਇਗਨਲਸ। ਹੁਣ ਮੈਂ ਇਸ ਨੂੰ ਪ੍ਰੈਸ ਕਰਨ ਦੀ ਬੱਚੋ ਕੋਸ਼ਿਸ਼ ਕਰਾਂ, ਲੇਕਿਨ ਇਹ ਪ੍ਰੈਸ ਨਹੀਂ ਹੋ ਰਿਹਾ। ਹੁਣ ਜੋ ਮੈਂ ਤੁਹਾਨੂੰ ਪਹਿਲਾਂ ਦਿਖਾ ਚੁੱਕਿਆ ਬੱਚੇ, ਉਸ ਦੇ ਵਿੱਚ ਸਿਰਫ ਕੋਈ ਆਪਣੇ ਕੋਲੇ ਦੱਬਣ ਨਾਲ, ਸਾਈਡਾਂ ਦੱਬਣ ਦੇ ਨਾਲ ਲੰਬਾਈ ਚੜਾਈ ਦੀਆਂ ਬਰਾਬਰ ਨਾਲ ਕੋਈ ਆਪਣੇ ਕੋਲੇ ਅਲੱਗ ਵਿਲੱਖਣ ਨਹੀਂ ਸ਼ਕਲ ਬਣਦੀ ਹੈਗੀ। ਹੁਣ ਜਦੋਂ ਆਪਾਂ ਇਹਦੇ ਵਿੱਚ ਇੱਕ ਵਿਕਰਨ ਲਾਤਾ ਤਾਂ ਇਹ ਬੱਚੋਂ ਨਹੀਂ ਪ੍ਰੈਸ ਹੋਏਗਾ, ਇਹਨੇ ਸਿਰਫ ਰੋਕਤਾ। ਤਾਂ ਇਹਦੀਆਂ ਸ਼ਕਲਾਂ ਵੀ ਫਿਰ ਆਪਾਂ ਅਲੱਗ-ਅਲੱਗ ਬਣਾ ਸਕਦੇ ਹਾਂ। ਤਾਂ ਹੁਣ ਮੈਂ ਬੱਚੇ ਇਸ ਦੀਆਂ ਤੁਹਾਡੇ ਕੋਲੇ ਭੁਜਾਵਾਂ ਦੀ ਗਿਣਤੀ ਕਰ ਰਹੇ ਹਾਂ, 1 2 3 4 ਤੇ 1 5। ਤਾਂ ਬੱਚੋ ਕੀ ਨਤੀਜਾ ਕੱਢਿਆ ਤੁਸੀਂ ਕਿ ਚਤੁਰਭੁਜ ਬਣਾਉਣ ਵਾਸਤੇ 4 ਭੁਜਾਵਾਂ ਦੀ ਲੋੜ ਨਹੀਂ ਪੈਣੀ, 5 ਭੁਜਾਵਾਂ ਦੀ ਲੋੜ। ਉਹ 5 ਭੁਜਾਵਾਂ ਬੱਚੋ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀਆਂ ਨੇ। ਉਹ ਭੁਜਾਵਾਂ ਦੇ ਰੂਪ 'ਚ ਵੀ ਹੋ ਸਕਦੀਆਂ ਨੇ, ਉਹ ਕੋਣਾਂ ਦੇ ਰੂਪ 'ਚ ਵੀ ਹੋ ਸਕਦੀਆਂ ਨੇ। ਬੱਚੋ 4 ਦੀ ਬਜਾਏ ਆਪਾਂ ਨੂੰ ਮੈਂ ਇੱਥੇ ਕਿੰਨੀਆਂ ਲਿਖਾਵਾਂਗਾ, 5 ਭੁਜਾਵਾਂ। ਹੁਣ ਇਕੱਲੀ ਬੱਚੋ ਭੁਜਾਵਾਂ ਨਹੀਂ ਹੋ ਸਕਦੀਆਂ, 5 ਕਿਸੇ ਵੀ ਰੂਪ 'ਚ ਹੋ ਸਕਦੀਆਂ ਨੇ। ਜਿਵੇਂ 4 + 1 ਭਾਵ 4 ਭੁਜਾਵਾਂ 1 ਵਿਕਰਨ, ਜਾਂ ਬੱਚੋ 3 + 2 3 ਭੁਜਾਵਾਂ 2 ਵਿਕਰਨ। ਤੇ ਜਾਂ ਬੱਚੋ ਆਪਾਂ ਨੂੰ ਐਂਗਲ ਦੇ ਵਿੱਚ ਵੀ ਲੈ ਸਕਦੇ ਹਾਂ, ਜਿਵੇਂ 2 ਭੁਜਾਵਾਂ ਤੇ 3 ਐਂਗਲ, ਠੀਕ ਹੈ ਬੱਚੋ। 3 ਭੁਜਾਵਾਂ ਤੇ 2 ਐਂਗਲ, ਠੀਕ ਹੈ। ਉਹ ਭੁਜਾਵਾਂ ਨਹੀਂ, ਆਪਾਂ ਨੂੰ 5 ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਬੱਚੋ। ਉਸ ਦੇ ਵਿੱਚ ਭੁਜਾਵਾਂ ਵੀ ਆ ਸਕਦਾ ਔਰ ਕੋਣ ਵੀ ਆ ਸਕਦੇ ਨੇ। ਮੈਂ ਲਿਖਤਾ 4 ਭੁਜਾਵਾਂ 1 ਵਿਕਰਨ, 5 ਹੋ ਗਏ ਬੱਚੋ। 3 ਭੁਜਾਵਾਂ 2 ਵਿਕਰਨ, ਤਾਂ ਵੀ ਚਤੁਰਭੁਜ ਬਣੇਗੀ। 2 ਭੁਜਾਵਾਂ ਤੇ 3 ਕੋਣ, ਕੋਈ ਵੀ 3 ਐਂਗਲ ਦਿੱਤੇ ਹੋਣਗੇ ਆਪਾਂ ਨੂੰ। ਉਸ ਤੋਂ ਬਾਅਦ 3 ਭੁਜਾਵਾਂ ਤੇ 2 ਐਂਗਲ। ਤਾਂ ਇਹਨਾਂ ਦੀ ਆਪਾਂ ਮਦਦ ਦੇ ਨਾਲ ਬੱਚੋ ਆਪਾਂ ਅਲੱਗ-ਅਲੱਗ ਜਿਹੜੀ ਸ਼ੇਪ ਦੀ ਜਿਹੜੀ ਚਤੁਰਭੁਜ ਆਪਾਂ ਉਹ ਬਣਾ ਸਕਦੇ ਹਾਂ। ਔਰ ਕਿਹੜੀ ਚੀਜ਼ ਦਿੱਤੀ ਹੈ ਇਹ ਆਪਾਂ ਪਹਿਲਾਂ ਨੋਟ ਕਰ ਲਾਂਗੇ। ਇੰਟਰੋਡਕਸ਼ਨ ਤੋਂ ਬਾਅਦ ਬੱਚੋ ਆਪਾਂ ਇੱਕ ਚਤੁਰਭੁਜ ਦੀ ਰਚਨਾ ਕਰਨੀ ਹੈ, ਜਿਸ ਦਾ ਨਾਮ ਹੈ PQRS, ਜਿਸ ਵਿੱਚ PQ 4 ਸਮ ਹੈ ਤੇ QR 6 ਸਮ ਹੈ, RS 5 ਸਮ ਹੈ, PS 5.5 ਔਰ ਜਿਹੜਾ ਦਾ ਵਿਕਰਨ ਹੈ ਬੱਚੋ ਉਹ PR ਬਰਾਬਰ ਹੈ 7 ਸਮ। ਤੇ ਇਸ ਦੇ ਵਿੱਚ ਆਪਾਂ ਵਿਕਰਨ ਨੂੰ ਹੇਠਾਂ ਲਵਾਂਗੇ। ਰਫ ਡਾਇਗਰਾਮ ਦੀ ਹੈਲਪ ਦੇ ਨਾਲ ਆਪਾਂ ਫਿਰ ਡਾਇਗਰਾਮ ਬਣਾਵਾਂਗੇ ਔਰ ਬੜਾ ਹੀ ਆਸਾਨ ਤਰੀਕੇ ਨਾਲ ਆਪਣਾ ਜਿਹੜਾ ਡਾਇਗਰਾਮ ਹੈ, ਰਫ ਡਾਇਗਰਾਮ ਦੇ ਨਾਲ ਫਿਰ ਡਾਇਗਰਾਮ ਬਣੇਗਾ। ਇਹਦੇ ਵਿੱਚ ਬੱਚੇ ਆਪਾਂ ਡਿਮੈਂਸ਼ਨ ਜਿਹੜੀ ਲੈਣੀ ਆ ਅਲੱਗ-ਅਲੱਗ, ਉਹ ਡਿਮੈਂਸ਼ਨਸ ਵਿੱਚ ਆਪਾਂ ਬੱਚੋ ਕੀ ਕਰਾਂਗੇ, ਸਕੇਲ ਦੀ ਮਦਦ ਨਾਲ ਆਪਾਂ ਪਹਿਲਾਂ ਹੀ ਲਾ ਲਾਂਗੇ। ਜਿਵੇਂ ਆਪਾਂ ਇੱਕ ਆਹ
ਲਾਈਨ ਲਾ ਲਈ 7 ਸਮ ਦੀ, ਲਾ ਲਈ ਬੱਚੋ 6 ਸਮ, 5.5 ਸਮ, 5 ਸਮ, 4 ਸਮ। ਇਹਦੇ ਵਿੱਚ ਇਹ ਹੈ ਕਿ ਸਾਨੂੰ ਬਾਰ-ਬਾਰ ਫੂਟਾ ਨਹੀਂ ਲੈਣਾ ਪੈਣਾ। ਠੀਕ ਹੈ ਬੱਚੋ। ਹੁਣ ਆਪਾਂ ਫੂਟੇ ਦੀ ਹੈਲਪ ਦੇ ਨਾਲ ਵਿਦ ਦੀ ਹੈਲਪ ਆਫ ਸਕੇਲ ਆਪਾਂ ਨੇ ਇੱਕ ਲਾਈਨ ਡਰਾ ਕਰਨੀ ਹੈ ਬੱਚੋ ਪੀ ਆਰ। ਜਿਹੜੀ ਆਪਾਂ ਲਾਈਨ ਡਰਾ ਕਰ ਰਹੇ ਹਾਂ ਪੀ ਆਰ ਵਿਦ ਦੀ ਹੈਲਪ ਆਫ ਸਕੇਲ। ਇਹ ਆਪਾਂ ਹੁਣ ਲਾਈਨ ਡਰਾ ਕਰਤੀ ਅਤੇ ਇਹਦੇ ਵਿੱਚ ਆਪਾਂ ਹੁਣ ਇਸ ਦੇ ਬਿੰਦੂਆਂ ਦੇ ਨਾਂ ਵੀ ਲਿਖਣੇ ਨੇ। ਪੀ ਇੱਕ ਸਾਈਡ 'ਤੇ ਲਿਖਾਂਗੇ ਬੱਚੋ ਅਤੇ ਦੂਜੀ ਸਾਈਡ 'ਤੇ ਆਪਾਂ ਬੱਚੋ ਲਿਖਾਂਗੇ ਆਰ। ਔਰ ਨਾਲ ਨਾਲੇ ਬੱਚੋ ਆਪਾਂ ਇਹਦੀ ਡਿਮੈਂਸ਼ਨ ਵੀ ਲਿਖਣੀ ਹੈ ਕਿ ਇਹਦੀ ਲੰਬਾਈ ਕਿੰਨੀ ਹੈ। 7 ਸਮ ਹੈ। ਅਤੇ ਹੁਣ ਬੱਚੋ ਆਪਾਂ ਬਿੰਦੂ ਇੱਕ ਚੁਆਇਸ ਕਰਨਾ ਜਿਸ 'ਤੇ ਆਪਾਂ ਪ੍ਰਕਾਰ ਦੀ ਸੂਈ ਰੱਖਣੀ ਹੈ। ਇੱਥੋਂ ਆਪਾਂ ਇੱਕ ਲਾਈਨ ਵਿਦ ਦੀ ਹੈਲਪ ਆਫ ਕੰਪਸ ਦੇ ਨਾਲ ਮਿਲ ਲੈਣੀ ਆ ਆਪਾਂ ਨੇ। ਇਹ ਆਪਣੀ ਹੈਗੀ ਆ ਬੱਚੋ ਕਿੰਨੀ 6 ਸਮ। ਤਾਂ 6 ਸਮ ਦੀ ਬੱਚੋ ਆਪਾਂ ਇੱਕ ਚਾਪ ਲਗਾਈ ਹੈ। ਦੇਖੋ ਤੁਹਾਡੇ ਸਾਹਮਣੇ ਇੱਕ ਚਾਪ ਲੱਗ ਰਹੀ ਹੈ 6 ਸਮ ਦੀ। ਫਿਰ ਆਪਾਂ ਉੱਥੋਂ ਆਪਣੀ ਲਾਈਨ ਤੋਂ ਮਿਲ ਲਾਂਗੇ। ਆਸਾਨ ਹੋ ਜਾਏਗਾ ਸਾਨੂੰ ਬੱਚੋ, ਬਾਰ-ਬਾਰ ਸਕੇਲ ਨਹੀਂ ਆਪਾਂ ਉਠਾਵਾਂਗੇ। ਅਤੇ ਹੁਣ ਆਪਾਂ 4 ਸਮ ਉੱਥੋਂ ਲਾਈਨ ਮਿਲ ਰਹੇ ਹਾਂ, ਜਿਹੜੀ 4 ਸਮ ਦੀ ਸਾਡੀ ਲਾਈਨ ਹੈ। ਅਤੇ ਉਹਦੀ ਜਿਹੜੀ ਅਸੀਂ ਹੁਣ ਬਿੰਦੂ ਲੈਣਾ ਬੱਚੋ ਉਹ ਪੀ ਹੈ। ਅਤੇ ਉਸ ਨੂੰ ਆਪਾਂ ਪਹਿਲੀ ਚਾਪ ਨੂੰ ਕੱਟਣਾ ਔਰ ਜਿੱਥੇ ਬੱਚੇ ਕੱਟ ਕੇ ਦੋਨੇ ਆਪਸ ਦੇ ਵਿੱਚ, ਉੱਥੋਂ ਆਪਾਂ ਉਸ ਨੂੰ ਆਰ ਨਾਲ ਮਿਲਾਉਣਾ। ਕਿਉ ਬਿੰਦੂ ਨੂੰ ਆਪਾਂ ਕਿਹਦੇ ਨਾਲ ਮਿਲਾ ਰਹੇ ਹਾਂ ਬੱਚੋ ਆਰ ਨਾਲ। ਆ ਦੇਖੋ ਕਿਉ ਨੂੰ ਆਪਾਂ ਨੇ ਆਰ ਨਾਲ ਮਿਲਾਇਆ ਅਤੇ ਉਸ ਤੋਂ ਬਾਅਦ ਬੱਚੋ ਆਪਾਂ ਨੇ ਫਿਰ ਕੀ ਕੀਤਾ, ਕਿਉ ਨੂੰ ਕਿਹਦੇ ਨਾਲ ਮਿਲਾ ਰਹੇ ਹੋ ਬੱਚੋ ਆਪਾਂ ਪੀ ਨਾਲ। ਕਿਉਂਕਿ ਇਹ ਦੋਨੇ ਬਿੰਦੂ ਕਿੱਥੇ ਕੱਟੇ ਆ ਕੇ ਚਾਪਾਂ ਬਿੰਦੂ ਕਿਉ 'ਤੇ ਕੱਟੀਆਂ। ਆਪਾਂ ਇਹਨਾਂ ਨੂੰ ਵਿਦ ਦੀ ਹੈਲਪ ਆਫ ਸਕੇਲ ਐਂਡ ਪੈਨਸਲ ਨਾਲ ਆਪਾਂ ਜੁਆਇਨ ਕਰ ਰਹੇ ਹਾਂ। ਫਿਰ ਆਪਾਂ ਬੱਚੋ ਇਸ ਦਾ ਨਾਂ ਲਿਖਤਾ ਦੈਟ ਇਜ਼ ਕਿਉ। ਫਿਰ ਡਿਮੈਂਸ਼ਨਸ ਵੀ ਲਿਖਣੀਆਂ ਬੱਚੋ ਇਹਦੀਆਂ ਆਪਾਂ 6 ਸਮ। ਠੀਕ ਹੈ ਨਾ ਬੱਚੋ, ਇੱਕ ਪਾਸੇ 6 ਸਮ ਹੈ ਅਤੇ ਦੂਜੇ ਪਾਸੇ ਹੈਗਾ 4 ਸਮ। ਹੁਣ ਬੱਚੋ ਆਪਾਂ ਇਸ ਦੇ ਵਿੱਚੋਂ ਦੁਬਾਰਾ ਫਿਰ ਇੱਕ ਬਿੰਦੂ ਲੈਣਾ ਪੀ ਔਰ ਆਰ ਦੇ ਵਿੱਚੋਂ। ਉੱਧਰੋਂ ਆਪਾਂ ਇੱਕ ਰੇਖਾ ਮੇਰਜ ਕਰ ਰਹੇ ਹਾਂ 5 ਸਮ। ਠੀਕ ਹੈ ਬੱਚੋ। ਅਤੇ ਆਪਾਂ ਪ੍ਰਕਾਰ ਦੀ ਸੂਈ ਬੱਚੋ ਜਿਹੜੀ ਰੱਖੀ ਹੈ ਉਹ ਬਿੰਦੂ ਆਰ 'ਤੇ ਰੱਖੀ ਹੈ ਅਤੇ ਹੇਠਾਂ ਵਾਲੇ ਪਾਸੇ ਬੱਚੋ ਆਪਾਂ ਚਾਪ ਲਾਉਣੀ ਹੈ ਹੇਠਾਂ ਵਾਲੇ ਪਾਸੇ। ਠੀਕ ਹੈ। ਅਤੇ ਦੂਜਾ ਆਪਾਂ ਜਿਹੜਾ ਸਕੇਲ ਖੋਲਾਂਗੇ ਆਪਣਾ ਲਵਾਂਗੇ ਆਪਾਂ ਡਿਮੈਂਸ਼ਨਸ ਜਿਹੜੀਆਂ ਆਪਾਂ ਸਕੇਲ ਨਾਲ ਲਾਈਆਂ ਸੀਗੀਆਂ ਉਹ 5.5 ਸਮ ਔਰ ਬਿੰਦੂ ਪੀ ਤੋਂ ਹੇਠਾਂ ਨੂੰ ਲਾਵਾਂਗੇ ਔਰ ਪਹਿਲੀ ਚਾਪ ਨੂੰ ਜਿੱਥੇ ਕੱਟੇਗਾ ਬੱਚੋ ਉੱਥੇ ਬਿੰਦੂ ਕੀ ਆ ਜਾਏਗਾ ਐਸ। ਉੱਥੇ ਆਪਾਂ ਐਸ ਲਿਖ ਦਾਂਗੇ। ਹੁਣ ਵਿਦ ਦੀ ਹੈਲਪ ਆਫ ਸਕੇਲ ਆਪਾਂ ਇਹਨਾਂ ਬਿੰਦੂਆਂ ਨੂੰ ਜੁਆਇਨ ਕਰਾਂਗੇ। ਪੀ ਨੂੰ ਆਪਾਂ ਬੱਚੋ ਐਸ ਨਾਲ ਜੁਆਇਨ ਕਰਾਂਗੇ, ਜੁਆਇਨ ਪੀ ਟੂ ਐਸ। ਉਸ ਤੋਂ ਬਾਅਦ ਬੱਚੋ ਆਪਾਂ ਜੁਆਇਨ ਆਰ ਟੂ ਐਸ। ਆਰ ਨੂੰ ਕਿਹਦੇ ਨਾਲ ਮਿਲਾਉਣਾ ਬੱਚੋ ਐਸ ਨਾਲ। ਕਿਉਂਕਿ ਦੋਨੇ ਬਿੰਦੂ ਇਹ ਚਾਪਾਂ ਜਿਹੜੀਆਂ ਕੱਟੀਆਂ ਸੀਗੀਆਂ ਕਿਹੜੇ ਬਿੰਦੂ 'ਤੇ ਕੱਟੀਆਂ ਸੀਗੀਆਂ ਐਸ 'ਤੇ ਕੱਟੀਆਂ ਸੀਗੀਆਂ। ਤਾਂ ਆਪਾਂ ਦੋਨਾਂ ਨੂੰ ਮਿਲਾਤਾ ਔਰ ਫਿਰ ਆਪਾਂ ਇਹਦੀ ਬੱਚੋ ਡਿਮੈਂਸ਼ਨਸ ਵੀ ਲਿਖ ਦਿੰਦੇ ਹਾਂ 5 ਸਮ ਔਰ ਦੂਸਰੀ ਕਿੰਨੀ ਹੈ ਬੱਚੋ 5.5 ਸਮ। ਅਤੇ ਆਪਣੇ ਕੋਲ ਬੱਚੋ ਇੱਕ ਚਤੁਰਭੁਜ ਬਣ ਗਈ ਜਿਹਦਾ ਨਾਂ ਹੈਗਾ ਪੀ ਕਿਊ ਆਰ ਐਸ। ਠੀਕ ਹੈ ਬੱਚੋ, ਪੀ ਕਿਊ ਆਰ ਐਸ। ਠੀਕ ਹੈ ਬੱਚੋ। ਹੁਣ ਆਪਾਂ ਇਸ ਦੇ ਬੱਚੋ ਇਹਦੇ ਵਿੱਚ ਦੇਖੋ ਆਹ ਜਿਹੜਾ ਪੀ ਆਰ ਆ ਇਹ ਆਪਣਾ ਕੀ ਹੈ ਵਿਕਰਨ ਡਾਇਗਨਲ ਹੈ। ਡਾਇਗਨਲ ਕਰਕੇ ਆਪਾਂ ਇਸ ਦੀ ਹੇਠਾਂ ਲੈ ਕੇ ਆਪਾਂ ਦੋਨੇ ਪਾਸੇ ਇਸ ਨੂੰ ਕੰਸਟਰਕਟ ਕਰਤਾ। ਹੁਣ ਆਪਾਂ ਬੱਚੋ ਰਚਨਾ ਦੇ ਸਟੈਪ ਲਿਖਦੇ ਹਾਂ। ਰਚਨਾ ਦੇ ਭਾਗ ਕੀ ਬਣਦੇ ਨੇ, ਕਿਵੇਂ ਕਿਵੇਂ ਆਪਾਂ ਇਸ ਨੂੰ ਬਣਾਇਆ। ਤਾਂ ਇਹਦੇ ਵਿੱਚ ਬੱਚੋ ਸਭ ਤੋਂ ਪਹਿਲਾਂ ਆਪਾਂ ਕੀ ਕੀਤਾ, ਜਿਹੜੀ ਪੀ ਆਰ ਰੇਖਾ ਹੈ ਬੱਚੋ ਪੀ ਆਰ ਉਹ ਕਿੰਨੇ ਸਮ ਲਈ ਹੈ ਆਪਾਂ ਨੇ ਬੱਚੋ 7 ਸਮ। ਤਾਂ ਪੀ ਆਰ ਆਪਾਂ ਨੇ 7 ਸਮ ਲਗਾਈ। ਉਹੀ ਬੱਚੋ ਜੋ ਤੁਸੀਂ ਬਣਾਇਆ ਆਪਾਂ ਉਹੀ ਲਿਖਣਾ, ਉਸ ਤੋਂ ਅਲੱਗ ਕੁਛ ਨਹੀਂ ਲਿਖਣਾ। ਅਤੇ ਫਿਰ ਉਸ ਤੋਂ ਬਾਅਦ ਆਪਾਂ ਕੀ ਕੀਤਾ ਸੀਗਾ ਬੱਚੋ, ਹਾਂ ਬਿੰਦੂ ਪੀ ਆਰ ਤੋਂ ਆਰ ਤੋਂ ਆਪਾਂ ਨੇ ਇੱਕ ਚਾਪ ਲਗਾਈ ਹੈ। ਬਿੰਦੂ ਆਰ ਤੋਂ ਆਪਾਂ ਨੇ ਕਿੰਨੀ ਚਾਪ ਲਗਾਈ ਹੈ ਬੱਚੋ 6 ਸਮ। 6 ਸਮ ਦੀ ਆਪਾਂ ਚਾਪ ਲਗਾਈ ਹੈ। ਠੀਕ ਹੈ। ਤਾਂ ਆਪਾਂ ਲਿਖਾਂਗੇ ਬਿੰਦੂ ਆਰ ਤੋਂ 6 ਸਮ ਦੀ ਚਾਪ ਲਗਾਓ। ਅਤੇ ਬੱਚੋ ਉਸ ਤੋਂ ਬਾਅਦ ਆਪਾਂ ਕੀ ਕਰਨਾ, ਬਿੰਦੂ ਪੀ ਤੋਂ। ਠੀਕ ਹੈ ਬੱਚੋ, ਬਿੰਦੂ ਪੀ ਤੋਂ ਜਿਹੜੀ ਆਪਾਂ ਚਾਪ ਲਗਾਉਣੀ ਹੈ ਉਹ ਬੱਚੋ ਲਗਾਉਣੀ ਹੈ 4 ਸਮ ਦੀ 4 ਸਮ। ਠੀਕ ਹੈ ਬੱਚੋ, 4 ਸਮ ਦੀ ਆਪਾਂ ਚਾਪ ਲਗਾਈ। ਅਤੇ ਇਸ ਤੋਂ ਬਾਅਦ ਇਹ 4 ਸਮ ਦੀ ਚਾਪ ਬੱਚੋ ਲਗਾਉਣ ਤੋਂ ਬਾਅਦ ਇਹ
ਬਿੰਦੂ ਕਿਹੜੇ ਤੇ ਕੱਟਦੀਆਂ ਬੱਚਿਓ? ਇਹ ਬਿੰਦੂ ਕਿਊ ਤੇ ਕੱਟਦੀਆਂ ਨੇ ਦੋਨੇ। ਕਿਹੜੀਆਂ ਜਿਹੜੀ 6 ਸਮ ਔਰ 4 ਸਮ ਦੀ ਚਾਪ ਹੈ ਉਹ ਆਪਸ ਦੇ ਵਿੱਚ ਕਿਹੜੇ ਬਿੰਦੂ ਤੇ ਕੱਟਦੀਆਂ ਨੇ ਬੱਚਿਓ? ਕਿਊ ਤੇ ਕੱਟਦੀਆਂ ਨੇ। ਠੀਕ ਹੈ ਬੱਚਿਓ। ਹੁਣ ਅੱਗੇ ਨੈਕਸਟ ਆਪਾਂ ਕੀ ਲਿਖਦੇ ਹਾਂ? ਆਰ ਤੋਂ ਆਪਾਂ ਕਿੰਨੇ ਸਮ ਆਪਾਂ ਪ੍ਰਕਾਰ ਖੋਲ੍ਹਣੀ ਹੈ ਬੱਚਿਓ? 5 ਸਮ। ਤਾਂ ਆਰ ਤੋਂ 5 ਸਮ ਹੇਠਾਂ ਵਾਲੇ ਪਾਸੇ ਬੱਚਿਓ ਇਹ ਧਿਆਨ ਰੱਖਣਾ, ਚਾਪ ਲਗਾਉਣੀ ਹੈ ਹੇਠਾਂ ਵਾਲੇ ਪਾਸੇ। ਚਾਪ ਲਗਾਓ। ਠੀਕ ਹੈ ਬੱਚਿਓ। ਜੋ ਬਣਾਇਆ ਬੱਚਿਓ ਸਿਰਫ ਉਹੀ ਲਿਖ ਰਹੇ ਹਾਂ ਆਪਾਂ। ਅਤੇ ਉਸ ਤੋਂ ਬਾਅਦ ਬਿੰਦੂ ਪੀ ਤੋਂ ਦੇਖ ਰਹੇ ਹੋ, ਬਿੰਦੂ ਪੀ ਤੋਂ ਕਿੰਨੇ ਦੀ ਸਮ ਦੀ ਚਾਪ ਲੱਗੇਗੀ ਬੱਚਿਓ? 5.5 ਸਮ ਦੀ ਚਾਪ। 5.5 ਸਮ ਦੀ ਚਾਪ ਲਗਾਉਣੀ ਹੈ ਆਪਾਂ ਨੇ ਬੱਚਿਓ, ਜੋ ਕਿ ਇੱਕ ਦੂਜੇ ਨੂੰ ਬਿੰਦੂ ਕਿਸ ਤੇ ਕੱਟ ਰਹੀਆਂ ਬੱਚਿਓ? ਤੁਸੀਂ ਦੇਖ ਵੀ ਰਹੇ ਹੋ। ਚਾਪ ਲਗਾਓ। ਜੋ ਇੱਕ ਦੂਜੇ ਨੂੰ ਬਿੰਦੂ ਕਿਸ ਤੇ ਕੱਟਦੀਆਂ ਨੇ ਬੱਚਿਓ? ਐਸ ਤੇ ਕੱਟਦੀਆਂ ਨੇ। ਤੁਸੀਂ ਦੇਖ ਵੀ ਸਕਦੇ ਹੋ। ਚਾਪਾਂ ਹੇਠਾਂ ਵਾਲੇ ਪਾਸੇ ਬਿੰਦੂ ਕਿਹੜੇ ਤੇ ਕੱਟਦੀਆਂ ਨੇ ਬੱਚਿਓ? ਐਸ ਤੇ ਕੱਟਦੀਆਂ ਹਨ। ਐਸ ਤੇ ਕੱਟਦੀਆਂ ਹਨ। ਠੀਕ ਹੈ ਬੱਚਿਓ। ਹੁਣ ਇਸ ਤੋਂ ਬਾਅਦ ਆਪਾਂ ਕਰਨਾ ਕੀ ਹੈ ਬੱਚਿਓ? ਹੁਣ ਧਿਆਨ ਨਾਲ ਦੇਖਣਾ ਕਰਨਾ ਕੀ ਆਪਾਂ ਨੇ। ਹੁਣ ਆਪਾਂ ਬਿੰਦੂ ਆਰ ਨੂੰ, ਠੀਕ ਹੈ ਬੱਚਿਓ, ਬਿੰਦੂ ਆਰ ਨੂੰ ਕਿਊ ਨਾਲ ਮਿਲਾਉਣਾ ਬੱਚਿਓ। ਦੇਖ ਰਹੇ ਹੋ ਨਾ ਬੱਚਿਓ, ਬਿੰਦੂ ਆਰ ਨੂੰ ਕਿਹਦੇ ਨਾਲ ਮਿਲਾਇਆ ਆਪਾਂ ਨੇ? ਕਿਊ ਨਾਲ। ਆਰ ਨੂੰ ਆਪਾਂ ਕਿਊ ਨਾਲ ਮਿਲਾਉਣਾ ਅਤੇ ਪੀ ਨੂੰ ਬੱਚਿਓ ਉਹ ਵੀ ਕਿਊ ਨਾਲ ਮਿਲੇ, ਕਿਉਂਕਿ ਇੱਕ ਚਾਪਾਂ ਕਿੱਥੇ ਕੱਟੀਆਂ ਸੀਗੀਆਂ? ਇਹ ਬਿੰਦੂ ਕਿਊ ਤੇ ਕੱਟੀਆਂ ਸੀਗੀਆਂ। ਤਾਂ ਦੋਹਾਂ ਨੂੰ ਆਪਾਂ ਬਿੰਦੂ ਆਰ ਔਰ ਪੀ ਨੂੰ ਕਿਹਦੇ ਨਾਲ ਮਿਲਾਤਾ? ਆਪਾਂ ਨੇ ਕਿਊ ਨਾਲ ਮਿਲਾਤਾ। ਇਸੇ ਪ੍ਰਕਾਰ ਬੱਚੋ ਆਪਾਂ ਨੇ ਆਰ ਨੂੰ ਕਿਹਦੇ ਨਾਲ ਮਿਲਾਉਣਾ? ਐਸ ਨਾਲ ਮਿਲਾਉਣਾ। ਠੀਕ ਹੈ ਬੱਚੋ। ਅਤੇ ਪੀ ਨੂੰ, ਠੀਕ ਹੈ ਨਾ ਬੱਚੋ, ਅਤੇ ਪੀ ਨੂੰ ਕਿਹਦੇ ਨਾਲ ਮਿਲਾਉਣਾ? ਐਸ ਨਾਲ। ਆਰ ਨੂੰ ਵੀ ਐਸ ਨਾਲ ਮਿਲਾਇਆ ਅਤੇ ਆਪਾਂ ਨੇ ਪੀ ਨੂੰ ਵੀ ਕਿਹਦੇ ਨਾਲ ਮਿਲਾਇਆ ਬੱਚੋ? ਐਸ ਨਾਲ ਮਿਲਾਇਆ, ਕਿਉਂਕਿ ਦੋਨੇ ਬਿੰਦੂ ਕਿੱਥੇ ਕੱਟੇ ਸੀਗੇ ਚਾਪਾਂ? ਬਿੰਦੂ ਐਸ ਤੇ। ਇਸ ਤਰ੍ਹਾਂ ਬੱਚੋ ਅਸੀਂ ਦੇਖਦੇ ਹਾਂ, ਤੁਸੀਂ ਵੀ ਦੇਖ ਰਹੇ ਹੋ ਬੱਚੋ ਧਿਆਨ ਨਾਲ, ਕਿ ਸਾਨੂੰ ਜਿਹੜੀ ਚਤੁਰਭੁਜ ਹੈ ਪੀ ਕਿਊ ਆਰ ਐਸ ਉਹ ਬਣ ਗਈ ਸਾਡੇ ਕੋਲੇ। ਪੀ ਕਿਊ ਆਰ ਐਸ ਆਪਾਂ ਨਾਮ ਵੀ ਲਿਖ ਦਿੰਦੇ ਹਾਂ ਬੱਚੋ ਦੁਬਾਰਾ। ਸਾਨੂੰ ਇੱਕ ਚਤੁਰਭੁਜ ਕਿਹੜੀ ਪ੍ਰਾਪਤ ਹੁੰਦੀ ਹੈ ਬੱਚੋ? ਪੀ ਕਿਊ ਆਰ ਐਸ ਪ੍ਰਾਪਤ ਹੋ ਜਾਂਦੀ ਹੈ, ਪ੍ਰਾਪਤ ਹੋ ਜਾਂਦੀ ਹੈ। ਠੀਕ ਹੈ ਨਾ ਬੱਚੋ। ਔਰ ਇਹਦੇ ਵਿੱਚ ਇੱਕ ਚੀਜ਼ ਧਿਆਨ ਰੱਖਣਾ ਤੁਸੀਂ, ਜਿਹੜਾ ਵਿਕਰਨ ਹੈ ਇਹਦਾ ਉਹ ਕਿਹੜਾ ਹੈ? ਪੀ ਆਰ। ਤਾਂ ਉਹ ਵੀ ਲਿਖ ਦੇਣਾ ਕਿ ਇਹਦਾ ਜਿਹੜਾ ਵਿਕਰਨ ਹੈ, ਕਿਉਂਕਿ ਇੱਕ ਵਿਕਰਨ ਸੀਗਾ ਇਹਦੇ ਵਿੱਚ ਅਤੇ 4 ਭੁਜਾਵਾਂ ਸੀਗੀਆਂ, ਤਾਂ ਆਪਾਂ ਲਿਖਾਂਗੇ ਇਸ ਦਾ ਜਿਹੜਾ ਵਿਕਰਨ ਹੈ ਉਹ ਬੱਚੋ ਕੀ ਹੈ? ਇਹ ਭੁਜਾਵਾਂ ਨੇ। ਠੀਕ ਹੈ। ਅਤੇ ਪੀ ਆਰ ਹੈ ਬੱਚੋ ਉਹ ਆਪਣਾ ਕੀ ਹੈ? ਵਿਕਰਨ ਹੈਗਾ ਆਪਣੇ ਕੋਲ ਬੱਚੋ ਪੀ ਆਰ। ਅਗਲੀ ਬੱਚੋ ਜਿਹੜੀ ਆਪਣੀ ਚਤੁਰਭੁਜ ਦੀ ਜਿਹੜੀ ਰਚਨਾ ਕਰਨੀ ਹੈ ਉਸ ਦਾ ਨਾਂ ਹੈਗਾ ਬੱਚੋ GOLD ਦੀ ਰਚਨਾ ਕਰੋ, ਜਿਸ ਦੇ ਜਿਹੜੇ ਭੁਜਾਵਾਂ ਨੇ ਬੱਚੋ OL 7.5 ਸਮ ਹੈ, GL 6 ਸਮ, GD 6 ਸਮ, LD 5 ਸਮ ਔਰ OD 10 ਸਮ। ਤਾਂ ਇਹਦੇ ਵਿੱਚ ਬੱਚੋ ਆਪਾਂ ਇੱਕ ਜਿਹੜਾ ਰਫ ਡਾਇਗਰਾਮ ਹੈਗਾ ਉਹ ਆਪਾਂ ਬਣਾ ਲਾਂਗੇ। GOLD ਦਾ ਆਪਾਂ ਰਫ ਡਾਇਗਰਾਮ ਬਣਾ ਲਿਆ, ਉਹਦੀ ਡਾਇਮੈਂਸ਼ਨਸ ਲਿਖਣੀਆਂ। ਇਹਦੇ ਵਿੱਚ ਬੱਚੋ ਆਪਾਂ ਨੂੰ 2 ਵਿਕਰਨ ਔਰ 3 ਭੁਜਾਵਾਂ ਦਿੱਤੀਆਂ ਹੋਈਆਂ ਨੇ। ਹੁਣ ਬੱਚੋ ਆਪਾਂ ਇਸ ਡਾਇਗਰਾਮ ਤੋਂ ਦੇਖ ਰਹੇ ਹਾਂ ਕਿ ਆਪਾਂ ਇੱਕ ਜਿਹੜੀ ਲਾਈਨ ਡਰਾ ਕਰਨੀ ਹੈ, ਉਹ ਜਿਹੜਾ ਆਪਾਂ ਬੇਸ ਲੈਣਾ ਹੇਠਾਂ ਲੈਣੀ ਹੈ, ਉਹ ਆਪਾਂ ਲਾਈਨ ਲਗਾਉਣੀ ਹੈ। ਉਹ ਆਪਾਂ ਲਾਈਨ ਲਗਾ ਰਹੇ ਹਾਂ ਬੱਚੋ DO ਦੀ ਜਿਹੜੀ ਲੰਬਾਈ ਹੈ ਬੱਚੋ 10 ਸਮ ਹੈ। ਆਪਾਂ ਲਾਈਨਾਂ ਸਕੇਲ ਦੇ ਨਾਲ ਪਹਿਲਾਂ ਹੀ ਲਾ ਲਈਆਂ, ਉੱਪਰ ਦੇਖ ਰਹੇ ਹੋ ਤੁਸੀਂ। ਤਾਂ ਇਹਦਾ ਨਾਂ ਅਸੀਂ ਬੱਚੋ ਲਿਖਾਂਗੇ D। ਠੀਕ ਹੈ ਨਾ ਬੱਚੋ, DO। ਇਹਦੇ ਨਾਲ ਆਪਾਂ ਡਾਇਮੈਂਸ਼ਨ ਵੀ ਲਿਖ ਦਾਂਗੇ 10 ਸਮ। ਉਸ ਤੋਂ ਬਾਅਦ ਬੱਚੋ ਆਪਾਂ
ਜਿਹੜੀ ਚਾਪ ਲਾਣੀ ਹੈ ਉਹ ਮਿਣ ਰਹੇ ਹਾਂ ਬਿੰਦੂ O ਤੋਂ ਲਾਣੀ ਹੈ ਬੱਚੋ ਆਪਾਂ ਨੇ ਉੱਪਰ ਵਾਲੇ ਪਾਸੇ, ਔਰ ਉਹ ਚਾਪ 7.5 ਸਮ ਦੀ ਹੈਗੀ ਹੈ। ਜਿਹੜੀ ਪਹਿਲੀ ਚਾਪ ਆਪਾਂ ਲਾਣੀ ਹੈ ਬਿੰਦੂ O ਤੋਂ। ਉਸ ਤੋਂ ਬਾਅਦ ਬੱਚੋ ਬਿੰਦੂ D ਤੋਂ 5 ਸਮ ਆਪਾਂ ਕੰਪਸ ਮਿਣ ਰਹੇ ਹਾਂ ਆਪਣੀ ਜਿਹੜੀਆਂ ਆਪਾਂ ਲਾਈਨਾਂ ਲਾਈਆਂ ਹੈਗੀਆਂ ਉਸ 'ਤੇ, ਉਹ ਆਪਾਂ ਦੂਜੀ ਚਾਪ ਨੂੰ ਲਾਣਾ, ਔਰ ਉਹ ਜਿੱਥੇ ਬੱਚੇ ਨੂੰ ਕੱਟ ਰਹੀ ਹੈ ਤੁਸੀਂ ਦੇਖ ਰਹੇ ਹੋ ਧਿਆਨ ਨਾਲ, ਜਿੱਥੇ ਕੱਟੀ ਹੈ ਔਰ ਪਹਿਲੀ ਚਾਪ ਆਪਣੀ ਥੋੜੀ ਘੱਟ ਸੀ, ਆਪਾਂ ਉਸ ਨੂੰ ਪਹਿਲੀ ਆਪਾਂ ਚਾਪ ਬੱਚੋ ਥੋੜੀ ਵੱਡੀ ਲਾ ਲਿਆ ਕਰਾਂਗੇ। ਤੇ ਇਸ ਦੇ ਵਿੱਚ ਬੱਚੋ ਹੁਣ ਇਹ ਜਿਹੜਾ ਬਿੰਦੂ ਆਪਣਾ ਆਏਗਾ ਇਹਨੂੰ ਆਪਾਂ ਲਿਖਾਂਗੇ L। ਠੀਕ ਹੈ ਬੱਚੋ, ਕਿਹੜਾ ਆ ਗਿਆ ਬਿੰਦੂ L। ਤੇ ਹੁਣ ਆਪਾਂ ਸਕੇਲ ਦੀ ਹੈਲਪ ਦੇ ਨਾਲ ਇਹਨਾਂ ਪਹਿਲਾਂ ਦੋਨੋਂ ਨੂੰ ਮਿਲਾ ਦਾਂਗੇ। L ਬਿੰਦੂ ਨੂੰ ਆਪਾਂ ਕਿਹਦੇ ਨਾਲ ਮਿਲਾ ਰਹੇ ਹਾਂ, ਆਪਾਂ O ਨਾਲ। ਤੇ ਫਿਰ ਬੱਚੋ ਆਪਾਂ ਜਿਹੜਾ L ਬਿੰਦੂ ਹੈ ਉਹਨੂੰ ਮਿਲਾਵਾਂਗੇ D ਨਾਲ। D ਬਿੰਦੂ, ਕਿਉਂਕਿ ਚਾਪਾਂ ਇੱਕ ਦੂਜੇ ਨੂੰ ਬਿੰਦੂ L 'ਤੇ ਕੱਟੀਆਂ ਸੀਗੀਆਂ। ਤੇ ਨਾਲ ਨਾਲ ਬੱਚੋ ਆਪਾਂ ਡਿਮੈਂਸ਼ਨਸ ਵੀ ਲਿਖੀ ਜਾਂਦੇ ਹਾਂ। ਇਹ 7.5 ਸਮ ਹੈ, ਔਰ ਦੂਜੀ ਜਿਹੜੀ ਡਿਮੈਂਸ਼ਨ ਹੈ ਬੱਚੋ ਇਹਦੀ ਉਹ ਹੈਗੀ ਹੈ ਆਪਣੇ ਕੋਲੇ 5 ਸਮ। ਉਸ ਤੋਂ ਬਾਅਦ ਬੱਚੋ ਆਪਾਂ ਹੁਣ ਹੇਠਾਂ ਦੇਖਣੀ ਹੈ ਵੀ ਕਿਹੜੀ ਲਾਈਨ ਆਪਾਂ ਲਈਏ, ਕਿਉਂਕਿ ਇੱਕ ਲਾਈਨ ਬੱਚੋ ਆਪਾਂ ਨੂੰ ਦਿੱਤੀ ਨਹੀਂ ਹੈਗੀ ਇਹਦੇ ਵਿੱਚ। ਤਾਂ ਆਪਾਂ ਹੁਣ ਕੰਪਸ ਮਿਣਨੀ ਹੈ 6 ਸਮ ਦੀ। 6 ਸਮ ਜੋ ਅਸੀਂ ਲਾਈਨਾਂ ਲਾਈਆਂ ਹੋਈਆਂ ਉਸ ਤੋਂ, ਔਰ ਉਹ ਚਾਪ ਬੱਚੋ ਤੁਸੀਂ ਲਾਣੀ ਹੈ ਹੇਠਾਂ ਵਾਲੇ ਪਾਸੇ। ਇਹ ਧਿਆਨ ਰੱਖਣਾ, ਹੇਠਾਂ ਵਾਲੇ ਪਾਸੇ ਇੱਕ ਆਪਾਂ ਚਾਪ ਲਗਾਉਣੀ ਹੈ। ਤੇ ਇਸ ਤੋਂ ਬਾਅਦ ਬੱਚੋ ਆਪਾਂ ਵਿਕਰਨ ਲੈਣਾ ਦੂਜਾ, ਕਿਉਂਕਿ ਭੁਜਾ ਨਹੀਂ ਹੈਗੀ ਆਪਣੇ ਕੋਲੇ। ਤਾਂ ਉਹ ਵਿਕਰਨ ਦੀ ਲੰਬਾਈ ਹੈਗੀ ਹੈ ਬੱਚੋ 6 ਸਮ। ਉਹ ਵੀ ਆਪਾਂ ਮਿਣ ਰਹੇ ਹਾਂ ਵਿਦ ਦੀ ਹੈਲਪ ਆਫ ਕੰਪਸ, ਔਰ ਉਸ ਨੂੰ L ਤੇ ਪ੍ਰਕਾਰ ਦੀ ਸੂਈ ਰੱਖਣੀ ਹੈ ਬੱਚੋ ਬਿੰਦੂ L ਤੇ, ਔਰ ਜਿਹੜੀ ਪਹਿਲਾਂ ਚਾਪ ਲਗਾਈ ਉਸ ਨੂੰ ਕੱਟਣਾ, ਔਰ ਫਿਰ ਆਪਾਂ ਉਸ ਨੂੰ ਆਪਾਂ ਜੁਆਇਨ ਕਰ ਰਹੇ ਹਾਂ D ਨੂੰ ਚਾਪ ਵਾਲੇ ਬਿੰਦੂ ਜਿੱਥੇ ਕੱਟੀ ਹੈ ਉਹਦੇ ਨਾਲ ਜੁਆਇਨ ਕਰ ਰਹੇ ਹਾਂ। ਉਸ ਤੋਂ ਬਾਅਦ O ਨੂੰ ਆਪਾਂ G ਨਾਲ ਮਿਲਾ ਰਹੇ ਹਾਂ। OG ਦੀ ਬੱਚੋ ਆਪਾਂ ਨੂੰ ਲੰਬਾਈ ਨਹੀਂ ਪਤਾ ਹੈਗੀ। ਫਿਰ ਆਪਾਂ ਇਸ ਤੋਂ ਬਾਅਦ ਇਹ ਵਿੱਚ ਥੋੜ੍ਹਾ ਆਪਣਾ ਮਿਲਾਨ 'ਚ ਸੀਗੀ, ਉਹ ਆਪਾਂ ਦੁਬਾਰਾ ਰੇਜ਼ ਕਰਕੇ ਮਿਲਾ ਰਹੇ ਹਾਂ ਮੈਂ G ਨੂੰ O ਨਾਲ। ਇਹਦੀ ਲੰਬਾਈ ਮੈਂ ਦੱਸਿਆ ਸੀਗਾ ਬੱਚੋ ਪਹਿਲਾਂ ਨਹੀਂ ਸੀਗੀ, ਆਪਾਂ ਨੂੰ ਪਤਾ ਨਹੀਂ ਹੈ ਕਿੰਨੀ ਹੈ। ਇਸ ਤੋਂ ਬਾਅਦ ਬੱਚੋ ਆਪਾਂ ਮਿਲਾਵਾਂਗੇ G ਨੂੰ L ਨਾਲ। ਠੀਕ ਹੈ ਬੱਚੋ, ਲੰਬਾਈ ਆਪਾਂ ਲਿਖੀ ਹੈ ਥੱਲੇ 6 ਸਮ। ਹੁਣ ਆਪਾਂ ਬੱਚੋ L ਨੂੰ G ਨਾਲ ਮਿਲਾ ਰਹੇ ਹਾਂ ਜੋ ਕਿ ਵਿਕਰਨ ਹੈ। ਤੇ ਇਹਦੀ ਜਿਹੜੀ ਲੰਬਾਈ ਹੈ ਬੱਚੋ ਉਹ ਹੈਗੀ ਹੈ 6 ਸਮ। ਦੂਜੇ ਵਿਕਰਨ ਦੀ ਲੰਬਾਈ ਆਪਾਂ ਪਹਿਲਾਂ ਲਿਖੀ ਹੋਈ ਹੈ 10 ਸਮ। ਤੇ ਇਹ ਭੁਜਾ ਆਪਾਂ ਨੂੰ ਨਹੀਂ ਪਤਾ, ਮੈਂ ਪਹਿਲਾਂ ਵੀ ਦੱਸਿਆ ਬੱਚੋ। ਇਹ ਆਪਣਾ GOLD ਜਿਹੜੀ ਚਤੁਰਭੁਜ ਹੈ। ਹੁਣ ਆਪਾਂ ਇਸ ਦੇ ਬੱਚੋ ਸਟੈਪ ਲਿਖਦੇ ਹਾਂ ਰਚਨਾ ਦੇ ਕਿ ਆਪਾਂ ਇਸ ਨੂੰ ਬਣਾਇਆ ਕਿਵੇਂ ਕਿਵੇਂ ਹੈ। ਸਭ ਤੋਂ ਪਹਿਲਾਂ DO ਬੱਚੋ ਆਪਾਂ ਨੇ ਲਿਆ, ਕਿੰਨੇ ਸਮ ਲਿਆ ਬੱਚੋ 10 ਸਮ ਦੀ ਆਪਾਂ ਇੱਕ ਰੇਖਾ ਲਗਾਈ ਹੈ। ਤਾਂ ਆਪਾਂ ਲਿਖਾਂਗੇ DM ਬਰਾਬਰ 10 ਸਮ ਰੇਖਾ ਲਗਾਈ। ਫਿਰ ਦੂਸਰੇ ਨੰਬਰ 'ਤੇ ਬੱਚੋ ਆਪਾਂ ਕੀ ਕੀਤਾ, ਬਿੰਦੂ O ਤੋਂ ਬੱਚੋ ਆਪਾਂ ਕੀ ਕੀਤਾ, O 'ਤੇ ਪ੍ਰਕਾਰ ਦੀ ਸੂਈ ਰੱਖੀ ਆ। 7.5 ਸਮ ਦੀ ਇੱਕ ਚਾਪ ਲਗਾਈ ਹੈ ਬੱਚੋ ਉੱਪਰ ਵਾਲੇ ਪਾਸੇ। ਚਾਪ ਲਗਾਈ ਹੈ 7.5 ਸਮ। ਉਸ ਤੋਂ ਬਾਅਦ ਬੱਚੋ ਬਿੰਦੂ D ਤੋਂ ਬੱਚੋ, ਠੀਕ ਹੈ, D ਤੋਂ ਆਪਾਂ ਬੱਚੋ ਚਾਪ ਲਗਾਣੀ ਹੈ ਕਿੰਨੇ ਦੀ 5 ਸਮ ਦੀ। 5 ਸਮ ਦੀ ਚਾਪ ਲਗਾਈ ਹੈ ਬਿੰਦੂ D ਤੋਂ। ਇਹ ਚਾਪ ਜਿਹੜੀ ਬੱਚੋ ਕੱਟਦੀ ਆਪਸ ਦੇ ਵਿੱਚ ਉਹ L ਤੇ ਕੱਟਦੀ ਹੈ, ਜੋ ਕਿ ਬਿੰਦੂ L ਤੇ ਕੱਟਦੀਆਂ ਹਨ। ਇਹ ਦੋਨੇ ਚਾਪਾਂ ਜਿਹੜੀਆਂ ਆਪਾਂ O ਤੇ D ਤੋਂ ਲਗਾਈਆਂ ਨੇ। ਹੁਣ ਬੱਚੋ O ਨੂੰ ਆਪਾਂ ਅਤੇ D ਨੂੰ O ਅਤੇ
डी नूं आपां ने किहदे नाल मिलाना बच्चों एल नाल मिलाना क्योंकि चापां कित्थे कट्टियां सीगीਆਂ बिंदु एल ते कट्टियां सीगीਆਂ तो आपां ने ओ अते डी नूं एल नाल मिलाया। हुण इस तो बाद बच्चों आपां करना की है बिंदु डी तो कंपस कितनी खोलनी है बच्चों आपां ने 6 सम की एक चाप लगानी है। तो उस तो बाद बच्चों बिंदु एल तो बच्चों ध्यान नाल बिंदु एल है जिहड़ा विकर्ण वाला एल तो आपां उही डिमेंशन है बच्चों 6 सम की उसकी चाप लगानी है। 6 सम की एक चाप लगाई है बच्चों आपां जो कि बच्चों थोड़ी पहली चाप है जिहड़ी आपां पहलां लगाई सीगी 6 सम की उस नूं किहड़े बिंदु ते कटदी है बच्चों जी बिंदु ते कटदी है। हुण बिंदु बच्चों इस तो बाद आपां हुण की करना है बिंदु डी नूं जी नाल एल नूं जी नाल अते ओ नूं जी नाल मिलाया ओ नूं किहदे नाल मिलाना बच्चों जी नाल मिलाना। तो इस प्रकार बच्चों जी अपने को चतुर्भुज बनी है जी ओ ठीक है बच्चों जी ओ एल डी एक अपने को बच्चों की बन गई चतुर्भुज बन गई। ये अपने रफ डायग्राम तो बनी है और इस दे विच एक देखो ध्यान नाल इस दे दो विकर्ण ने डायगनल्स ने दो बच्चों ये डी ओ अते एल जी डी ओ ते एल जी इस दे दो विकर्ण हैं। हुण अगली चतुर्भुज बच्चों आपां जिहड़ी रचना करनी है वो ए बी सी डी है जिस दी लंबाइयां बी सी 4.5 सम है बच्चों ए डी 5.5 सम है सी डी 5 सम तो विकर्ण ये बच्चों दो ने ए सी 5.5 सम है और विकर्ण जिहड़ा बी डी है वो 7 सम है। तो इसका बच्चों आप रफ डायग्राम भी अपने बना लिया जिहदे अपने विकर्ण ए सी नूं अपने हेठां लिया होया ताकि अपनी जिहड़ी डायग्राम वो बिल्कुल सही बन सके। हुण बच्चों आप रचना बनानी शुरू करते हैं। आपां स्केल नाल एक लाइन ए सी जो विकर्ण आप लै रहे हैं 5.5 सम जिहड़ा ए सी आपां 5.5 सम ड्रा कर रहे हैं आपां और नाल बच्चों आप इसका ड्रा करके इस दे बिंदु लिख लेने ने ए और सी डिमेंशन भी आप लिख लें इसकी 5.5 सम। इस तो बाद बच्चों आप जिहड़ा ए बिंदु तो हेठां वाले पासे जिहड़ियां आप लाइनां लाइयां देख रहे हो साइड के उत्ते इस तो आप 5.5 सम कंपस मिल लेनी है और ए बिंदु तो बच्चों अपने हेठां वाले पासे जिहड़ी हैगी है वो एक चाप लगानी है। हुण बिंदु सी तो 5.5 बच्चों मिल लो आप उस लाइन नूं लाइनां दे बच्चों काफ़ी अपन मदद मिलती है बार बार अपन स्केल नहीं लैना पैंदा। तो यह सी बिंदु ते आपां चाप हेठां वाले पासे जो कि पहली चाप नूं कट्टेगी वो जिहड़ा बिंदु है वो किहड़ा आएगा बच्चों डी आएगा। फिर आप इसनूं स्केल की हैल्प दे नाल मिला लैंदे आ ए नूं आपां ने किहदे नाल मिलाया बच्चों डी नाल और सी नूं बच्चों आपां मिलाया डी नाल क्योंकि ये दो ही बिंदु चाप जिहड़ी कट रही सी दोनों बिंदुओं की किहड़े ते कट रही सी डी ते कट रही सी। इन्हां दी आपां डिमेंशन लिख लैंदे आ एक दी बच्चों 5 सम है एक दी 5.5 सम है। तो इस तो बाद बच्चों आपां हुण सी तो ठीक है बच्चों सी तो आपां 4.5 सम आपां अपनी जिहड़ी कंपस मिल लैंदे उस लाइन तो 4.5 सम और सी बिंदु ते जिहड़ी प्रकार की सूई रखते हैं
और उपर वाले पासे एक आपां चाप लाने आ। ये चाप 4.5 सम की है बच्चों। हुण AC विकर्ण जिहड़ा साडा हैगा वो बच्चों 7.5 है, उन्होंने मैं मिल रहा लाइन तो 7.7। सूई प्रकार की बच्चों रखनी है D बिंदु ते, और पहली चाप नूं कट्टिया वो बिंदु अपना बनता बच्चों B। हुण आपां ने B नूं किहदे नाल मिलाना बच्चों, C नाल मिलाना। ठीक है, उस तो बाद B नूं आपां बच्चों A नाल मिलाना है। और इस चप नूं A और B की बच्चों लंबाई नहीं पता, A और B नूं मिलाया बच्चों आपां। उस तो बाद आपां ने B नूं D नाल भी मिलाना है, जिहड़ा कि साडे चतुर्भुज का की है बच्चों विकर्ण है। ठीक है बच्चों, तो यह इसकी डिमेंशन 4.5 सम और विकर्ण सीगा बच्चों अपने को 7 सम। तो इस तरह साडे को ABCD एक चतुर्भुज बनी है। हुण आपां इस दे बच्चों स्टैप लिखते हैं रचना दे की आपां ने इहदे विच बनाया। सब तो पहला बच्चों आपां ने की लिया, AC बराबर 5.5 सम लगाई रेखा एक। हुण बिंदु A तो बच्चों 5 सम की एक चाप लगानी है। बिंदु A तो 5.5 साफ चाप लगाई, अते बिंदु C तो 5 सम की चाप लगानी है। हेठां वाले पासे है बच्चों जो कि बिंदु D ते कटदियां हन। ये दोवें चापां A और C वालियां किहड़े बिंदु ते कटदियां हन बच्चों, D ते कटदियां हन। हुण इस तो बाद बच्चों की करना आपां, हुण बिंदु A नूं D नाल अते C नूं D नाल मिलाया आपां ने। ठीक है बच्चों, इस तो बाद बच्चों हुण बिंदु C तो 4.5 सम चाप उपर वाले पासे लगानी है बच्चों आपां ने। बिंदु C तो 4.5 सम चाप उपर वाले पासे लगाई है बच्चों। इस तो बाद बच्चों आपां बिंदु D तो D बिंदु तो 7 सम की चाप, D बिंदु अपना बच्चों हेठ है, इतों बस 7 सम की चाप लगाई है, जो कि पहली चाप नूं बिंदु C ते कटदी है। जो कि पहली सॉरी बच्चों बिंदु C B ते कटदी है, जो कि पहली चाप नूं बिंदु B ते कटदी है। D तो लगाई है जिहड़ी आपां ये बिंदु A नूं आपां B नाल। ठीक है बच्चों, A नूं B नाल, D नूं B नाल। ठीक है बच्चों, अते ठीक है बच्चों, अते C नूं B नाल मिलाया। तो इस तो बाद बच्चों अपने को इस प्रकार अपने को ABCD एक चतुर्भुज बन गई है। ABCD एक चतुर्भुज है जिस दे दो विकर्ण हैं। वो विकर्ण का नाम की है बच्चों, AC अते BD। AC अते BD।
ਇਸ ਤੋਂ ਅਗਲੀ ਬੱਚੋ ਜਿਹੜੀ ਆਪਣੀ ਰਚਨਾ ਹੈਗੀ ਆ ਉਹ ਹੈਗੀ ਆ ਚਤੁਰਭੁਜ LIFT ਦੀ ਰਚਨਾ ਕਰੋ, ਜਿਸ ਵਿੱਚ LI 4 ਸਮ ਹੈ, IF ਬੱਚੋ 3 ਸਮ ਹੈ, TL 2.5 ਸਮ ਹੈ, LF ਦੀ ਜਿਹੜੀ ਲੰਬਾਈ ਹੈ ਬੱਚੋ 4.5 ਸਮ ਹੈ ਅਤੇ IT ਜਿਹੜੀ ਉਹ 4 ਸਮ ਹੈ। ਹੁਣ ਬੱਚੋ ਆਪਾਂ ਇਸ ਦਾ ਰਫ ਡਾਇਗਰਾਮ ਬਣਾ ਲਿਆ, ਜਿਸ ਤੋਂ ਆਪਾਂ ਬਹੁਤ ਹੀ ਆਸਾਨੀ ਨਾਲ ਉਸਦਾ ਫਿਰ ਡਾਇਗਰਾਮ ਬਣਾਵਾਂਗੇ। ਔਰ ਇਸ ਦੇ ਵਿੱਚ ਮੈਂ IT ਜਿਹੜੀ ਇਸ ਦਾ ਵਿਕਰਨ ਹੈ ਉਸ ਨੂੰ ਮੈਂ ਹੇਠਾਂ ਲਿਆ ਹੋਇਆ। ਹੁਣ ਬੱਚੋ ਆਪਾਂ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਡਾਇਗਰਾਮ ਦੀ IT ਰੇਖਾ ਹੈ ਉਹ ਜਿਹੜੀ 4 ਸਮ ਆਪਾਂ ਵਿਕਰਨ ਹੈ ਤਾਂ ਉਹ ਥੱਲੇ ਲੈ ਰਹੇ ਹਾਂ ਵਿਦ ਦੀ ਹੈਲਪ ਆਫ ਸਕੇਲ ਐਂਡ ਪੈਨਸਲ। ਇਸ ਤੋਂ ਬਾਅਦ ਬੱਚੋ ਆਪਾਂ ਇਸ ਦਾ ਨਾਂ ਲਿਖਣਾ ਹੈ I ਔਰ T। ਨਾਲ ਹੀ ਬੱਚੋ ਆਪਾਂ ਇਸ ਦੀ ਡਿਮੈਂਸ਼ਨ ਵੀ ਲਿਖ ਦਾਂਗੇ ਕਿ ਇਹਦੀ ਜਿਹੜੀ ਡਿਮੈਂਸ਼ਨ ਹੈ ਉਹ ਕਿੰਨੀ ਹੈ, 4 ਸਮ। ਠੀਕ ਹੈ ਬੱਚੋ, I ਔਰ। ਹੁਣ ਬੱਚੋ ਆਪਾਂ ਇੱਕ ਜਿਹੜੀਆਂ ਮੈਂ ਲਾਈਨਾਂ ਲਾਈਆਂ ਤੁਸੀਂ ਦੇਖ ਰਹੇ ਹੋ, ਇਸ 'ਤੇ ਆਪਾਂ ਨੇ 3 ਸਮ ਦੀ ਜਿਹੜੀ ਪ੍ਰਕਾਰ ਹੈ ਉਹ ਮਿਣ ਲੈਣੀ ਹੈ ਆਪਾਂ ਨੇ ਕੰਪਸ ਔਰ I ਤੋਂ ਆਪਾਂ ਇੱਕ ਡਰਾ ਕਰਨਾ, ਆਰਕ ਡਰਾ ਕਰਨਾ, ਇੱਕ ਚਾਪ ਡਰਾ ਕਰਨੀ ਹੈ। ਅਤੇ ਹੁਣ ਇਸ ਤੋਂ ਬਾਅਦ ਬੱਚੋ ਦੁਬਾਰਾ ਫਿਰ ਆਪਾਂ I ਦੇ ਹੇਠਾਂ ਵਾਲੇ ਪਾਸੇ ਬੱਚੋ ਆਪਾਂ ਲੈਣੀ ਹੈ 4 ਸਮ। ਕੰਪਸ ਖੋਲ੍ਹਣੀ ਹੈ ਆਪਾਂ ਉਸ ਲਾਈਨ ਤੋਂ, ਉਹ ਆਪਾਂ I ਤੇ ਪ੍ਰਕਾਰ ਦੀ ਬੱਚੋ ਸੂਈ ਰੱਖਣੀ ਹੈ ਔਰ ਹੇਠਾਂ ਵਾਲੇ ਪਾਸੇ ਬੱਚੋ ਆਪਾਂ ਇੱਕ ਆਰਕ ਚਾਪ ਡਰਾ ਕਰਨੀ ਹੈ। ਇਸ ਤੋਂ ਬਾਅਦ ਬੱਚੋ ਆਪਾਂ ਬਿੰਦੂ T ਤੋਂ ਜਿਸ ਦੀ ਲੰਬਾਈ ਬੱਚੋ 2.5 ਸਮ ਉਹ ਆਪਾਂ ਮਿਣ ਰਹੇ ਹਾਂ, ਜਿਹੜੀਆਂ ਆਪਾਂ ਲਾਈਨਾਂ ਲਗਾਈਆਂ ਹੋਈਆਂ ਨੇ, ਬਾਰ-ਬਾਰ ਆਪਾਂ ਸਕੇਲ ਨਹੀਂ ਚੱਕਦੇ। ਅਤੇ ਇਸ ਤੋਂ ਆਪਾਂ ਨੇ ਇਸ ਨੂੰ 2.5 ਸਮ ਕੱਟਣਾ, ਜੋ ਕਿ ਪਹਿਲੀ ਚਾਪ ਆਪਣੀ ਲੱਗੀ ਹੋਈ ਹੈ। ਔਰ ਉਸ ਨੂੰ ਬੱਚੋ ਇਹ ਜਿਹੜੇ ਹੈਗੀ ਹੈ ਬਿੰਦੂ ਕਿਹੜੇ 'ਤੇ ਕੱਟਦੀ ਹੈ, L 'ਤੇ ਕੱਟਦੀ ਹੈ। ਇਸ ਨੂੰ ਆਪਾਂ ਕੀ ਲਿਖਾਂਗੇ ਬੱਚੋ, L। ਹੁਣ ਸਕੇਲ ਦੇ ਨਾਲ ਆਪਾਂ ਬੱਚੋ ਕੀ ਕਰ ਰਹੇ ਹਾਂ, I ਨੂੰ ਆਪਾਂ L ਨਾਲ ਮਿਲਾਵਾਂਗੇ। ਠੀਕ ਹੈ, ਅਤੇ ਅਗਲਾ ਬੱਚੋ ਆਪਾਂ ਜਿਹੜਾ ਆਪਣਾ ਬਿੰਦੂ ਹੈ T ਨੂੰ ਕਿਹਦੇ ਨਾਲ ਮਿਲਾਵਾਂਗੇ, L ਨਾਲ, ਕਿਉਂਕਿ ਇੱਥੋਂ ਦੋਏ ਚਾਪਾਂ ਜਿਹੜੀਆਂ ਆਪਣੀਆਂ ਕੱਟੀਆਂ ਸੀਗੀਆਂ ਬੱਚੋ ਉਹ ਕਿਸ 'ਤੇ ਕੱਟੀਆਂ ਸੀਗੀਆਂ, L 'ਤੇ। ਤਾਂ ਆਪਾਂ ਹੁਣ T ਨੂੰ L ਨਾਲ ਮਿਲਾ ਰਹੇ ਹਾਂ। ਹੁਣ ਉਸ ਤੋਂ ਬਾਅਦ ਬੱਚੋ ਜਿਹੜੀ ਆਪਾਂ ਆਰਕ ਡਰਾ ਕਰਨੀ ਹੈ ਉਹ ਬਿੰਦੂ L ਤੋਂ ਕਰਨੀ ਹੈ। ਇੱਕ ਆਪਾਂ ਰਹਿ ਗਿਆ ਸੀ ਲਿਖਣਾ, ਉਹ ਲਿਖਿਆ ਆਪਾਂ ਨੇ, ਡਿਮੈਂਸ਼ਨ ਲਿਖੀ ਹੈ। ਇਸ ਤੋਂ ਬਾਅਦ L ਤੋਂ ਬੱਚੋ ਆਪਾਂ ਨੇ ਜਿਹੜੀ ਕੰਪਸ ਖੋਲ੍ਹਣੀ ਹੈ ਉਹ ਬੱਚੋ ਆਪਾਂ 4.5 ਸਮ ਉਹ ਲਾਈਨਾਂ ਤੋਂ ਆਪਾਂ ਮਿਲ ਲਾਂਗੇ। ਔਰ L ਬਿੰਦੂ ਤੋਂ ਜਿਹੜੀ ਆਪਾਂ ਪਹਿਲਾਂ ਚਾਪ ਲਗਾਈ ਸੀਗੀ ਬਿੰਦੂ I ਤੋਂ, ਉਸ ਨੂੰ ਇਸ ਨੇ F 'ਤੇ ਕੱਟਿਆ। ਹੁਣ ਵਿਦ ਦੀ ਹੈਲਪ ਆਫ ਸਕੇਲ ਆਪਾਂ ਇਹਨਾਂ ਨੂੰ ਜੁਆਇਨ ਕਰਾਂਗੇ। ਕਿਹਨੂੰ ਕਿਹਦੇ ਨਾਲ ਜੁਆਇਨ ਕਰਾਂਗੇ, F ਨੂੰ ਆਪਾਂ T ਨਾਲ ਜੁਆਇਨ ਕਰ ਰਹੇ ਹਾਂ ਔਰ ਬੱਚੋ F ਨੂੰ ਦੁਬਾਰਾ L ਨਾਲ ਜੁਆਇਨ ਕਰ ਰਹੇ ਹਾਂ, ਜਿਹੜਾ ਕਿ ਡਾਇਗਰਾਮ ਦੇ ਵਿੱਚ ਵਿਕਰਨ ਬਣੇਗਾ। ਔਰ ਉਸ ਤੋਂ ਬਾਅਦ ਬੱਚੋ ਆਪਾਂ F ਨੂੰ I ਨਾਲ ਜੁਆਇਨ ਕੀਤਾ, F ਨੂੰ I ਨਾਲ ਮਿਲਾਇਆ ਔਰ ਇਹਦੀ ਜਿਹੜੀ ਡਿਮੈਂਸ਼ਨ ਹੈ ਉਹ ਆਪਾਂ ਲਿਖਤੀ 3 ਸਮ ਹੈ ਔਰ ਇਹਦੀ ਵੀ ਡਿਮੈਂਸ਼ਨ ਆਪਾਂ ਲਿਖਤੀ ਕਿੰਨੀ ਸੀਗੀ ਡਾਇਗਨਲ ਦੀ। ਸੋ ਇਹ ਬੱਚੋ ਆਪਣਾ ਜਿਹੜਾ ਡਾਇਗਰਾਮ ਬਣ ਗਿਆ LIFT। ਇਹਦੇ ਪੱਗ ਨੇ ਬੱਚੋ ਜੋ ਰਚਨਾ ਦੇ ਸਟੈਪਸ ਆਫ ਕੰਸਟਰਕਸ਼ਨ ਦੇ ਜਿਹੜੇ ਹੈਗੇ ਨੇ ਆਪਾਂ ਲਿਖ ਦਿੰਦੇ ਹਾਂ, ਜਿਹਦੇ ਵਿੱਚ ਆਪਾਂ ਬੱਚੋ ਸਭ ਤੋਂ ਪਹਿਲਾਂ ਜਿਹੜੀ ਰੇਖਾ ਹੈ ਰੇਖਾ IT, ਕਿਹੜੀ ਰੇਖਾ ਲਈ ਹੈ ਬੱਚੋ, IT ਰੇਖਾ ਜਿਹੜੀ ਹੈਗੀ ਹੈ ਉਹ ਆਪਾਂ ਨੇ 4 ਸਮ ਲਗਾਈ। IT ਰੇਖਾ ਬਰਾਬਰ 4 ਸਮ ਲਗਾਓ। ਉਸ ਤੋਂ ਬਾਅਦ ਬੱਚੋ ਬਿੰਦੂ I ਤੋਂ 4 ਸਮ ਦੀ ਚਾਪ ਲਗਾਓ। ਠੀਕ ਹੈ ਬੱਚੋ, ਬਿੰਦੂ I ਤੋਂ ਆਪਾਂ, ਔਰ ਉਸ ਤੋਂ ਬਾਅਦ ਬਿੰਦੂ T ਤੋਂ ਆਪਾਂ 2.5 ਸਮ ਦੀ ਜਿਹੜੀ ਚਾਪ ਹੈ ਉਹ ਲਗਾਉਣੀ ਹੈ, ਜੋ ਕਿ ਇੱਕ ਦੂਜੇ ਨੂੰ ਬਿੰਦੂ L 'ਤੇ ਕੱਟਦੀਆਂ ਨੇ। ਇਹ L 'ਤੇ ਕੱਟ ਰਹੀਆਂ ਬੱਚੇ ਇੱਕ ਦੂਜੇ ਨੂੰ ਦੋਨੇ। I ਅਤੇ T ਦੀ ਜਿਹੜੀ ਚਾਪ ਆਪਾਂ ਲਗਾਈ ਹੈ
ਹੁਣ ਇਸ ਤੋਂ ਬਾਅਦ ਬੱਚੋ ਆਪਾਂ ਬਿੰਦੂ ਟੀ, ਠੀਕ ਹੈ, ਬਿੰਦੂ ਟੀ ਅਤੇ ਆਈ ਨੂੰ, ਠੀਕ ਹੈ, ਕਿਹਦੇ ਨਾਲ ਮਿਲਾਵਾਂਗੇ ਬੱਚੋ? ਐਲ ਨਾਲ ਮਿਲਾਵਾਂਗੇ। ਬਿੰਦੂ ਟੀ ਅਤੇ ਆਈ ਨੂੰ ਐਲ ਨਾਲ ਮਿਲਾਓ। ਹੁਣ ਬਿੰਦੂ ਆਈ ਤੋਂ ਆਪਾਂ ਤਿੰਨ ਸਮ ਦੀ ਬੱਚੇ ਇੱਕ ਚਾਪ ਲਗਾਣੀ ਹੈ। ਆਈ ਤੋਂ ਤਿੰਨ ਸਮ ਦੀ ਚਾਪ ਲਗਾਓ। ਅਤੇ ਉਸ ਤੋਂ ਬਾਅਦ ਬਿੰਦੂ ਐਲ ਤੋਂ, ਐਲ ਬਿੰਦੂ ਤੋਂ ਬੱਚੋ ਆਪਾਂ ਚਾਪ ਲਗਾਣੀ ਹੈ 4.5 ਸਮ ਦੀ। 4.5 ਸਮ ਆਪਾਂ ਲਾਈਨ ਤੋਂ ਮਿਲ ਲੈਣੀ ਹੈ ਵਿਦ ਦੀ ਹੈਲਪ ਆਫ ਕੰਪਸ, ਜੋ ਕਿ ਇੱਕ ਦੂਜੇ ਨੂੰ ਬਿੰਦੂ ਕਿੱਥੇ ਕੱਟ ਰਹੀਆਂ ਬੱਚੋ? ਐਫ ਤੇ ਕੱਟਦੀਆਂ ਨੇ, ਐਫ ਤੇ ਕੱਟਦੀਆਂ ਹਨ। ਹੁਣ ਬਿੰਦੂ ਆਈ ਨੂੰ, ਜਿਹੜਾ ਬਿੰਦੂ ਆਈ ਹੈ ਬੱਚੋ, ਆਪਾਂ ਉਸ ਨੂੰ ਐਫ ਨਾਲ, ਟੀ ਨੂੰ ਵੀ ਬੱਚੋ ਆਪਾਂ ਨੇ ਐਫ ਨਾਲ ਮਿਲਾਣਾ, ਟੀ ਨੂੰ ਐਫ ਨਾਲ, ਅਤੇ ਬਿੰਦੂ ਐਲ ਨੂੰ ਐਫ ਨਾਲ ਮਿਲਾਓ। ਇਸ ਪ੍ਰਕਾਰ ਬੱਚੋ ਜਿਹੜੀ ਆਪਣੀ ਇਹ ਆਪਣੇ ਕੋਲ ਜਿਹੜੀ ਇਹ ਇੱਕ ਚਤੁਰਭੁਜ ਬਣੀ ਹੈ, ਜਿਸ ਦਾ ਨਾਮ ਹੈਗਾ LIFT। ਇੱਕ ਆਪਣੇ ਕੋਲ ਚਤੁਰਭੁਜ ਬਣ ਗਈ ਹੈ ਜਿਹਦਾ ਨਾਂ ਕੀ ਹੈ ਬੱਚੋ? LIFT। ਔਰ ਇਸ ਦੇ ਵਿੱਚ ਬੱਚੋ ਇੱਕ ਚੀਜ਼ ਹੋਰ ਤੁਸੀਂ ਜਿਹੜੀ ਦੇਖਣੀ ਹੈ, ਇਸ ਦੇ ਦੋ ਵਿਕਰ ਨੇ, ਦੋ ਡਾਇਗਨਲਸ ਨੇ। ਉਹ ਕਿਹੜੇ ਕਿਹੜੇ ਨੇ? ਇੱਕ TI ਹੈ ਅਤੇ ਦੂਜਾ ਬੱਚੋ FL ਹੈ।